ਤੇ ਅੱਜ ਉਹ ਸਾਰਾ ਕੁਝ ਸਾਬਤ ਨਹੀਂ ਹੋ ਗਿਆ ਵੀ ਸਾਰਾ ਗੰਦਾ ਮਟੀਰੀਅਲ ਜਿਹੜਾ ਅਡਿਆਲਾ ਦਾ ਤੇ ਸ਼ਹੀਦਾਂ ਟੱਲੀ ਆਪ ਜਿਹੜਾ ਉਹ ਕਿਸੇ ਤਹਿਖਾਨੇ ਦੇ ਵਿੱਚ ਚੱਕੀ ਜਿਹੜੀ ਉਹ ਚਲਵਾਉਂਦਾ ਪਿਆ ਮੁੰਡਿਆਂ ਕੋਲ। ਉਹਦੇ ਤੇ ਮੈਂ ਆਵਾਂਗਾ ਇੱਕ ਬੜਾ ਇੰਟਰਸਟਿੰਗ ਕੁਐਸਚਨ ਅੱਗੇ ਆ ਰਿਹਾ, ਬਲਕਿ ਬੜੇ ਪਰੇਸ਼ਾਨੀ ਵਾਲਾ ਆ ਰਿਹਾ। ਮੈਂ ਜਦੋਂ ਵੀਲੌਗ ਸੁਣਿਆ ਤੇ ਮੈਨੂੰ ਕਾਫੀ ਪਰੇਸ਼ਾਨੀ ਹੋਈ ਹੈ, ਸ਼ਾਇਦ ਤੁਹਾਡੀ ਨਜ਼ਰਾਂ ਤੋਂ ਗੁਜ਼ਰਿਆ ਕਿ ਨਹੀਂ ਗੁਜ਼ਰਿਆ, ਬਿਲਾਲ ਗੌਰੀ ਸਾਹਿਬ ਦਾ। ਉਹ ਅੱਗੇ ਜਾ ਕੇ ਤੁਹਾਨੂੰ ਉਹਦਾ ਇੱਕ ਹਿੱਸਾ ਵੀ ਸੁਣਾਵਾਂਗੇ, ਕਲਿੱਪ ਵੀ ਸੁਣਾਵਾਂਗੇ, ਫਿਰ ਉਹਦੇ ਤਫਸਰਾ ਲਾਵਾਂਗੇ। ਫੈਸਲ ਵਾਡਾ ਸਾਹਿਬ ਨੇ ਕਿਹਾ ਹੈ ਜੀ ਕਿ ਮੀਆਂ ਸਾਹਿਬ ਵਾਪਸ ਆਣਗੇ ਤੇ ਜਹਾਜ਼ ਦੇ ਨਾਲ ਬੰਨ੍ਹਤਾ ਜਾਏਗਾ ਲਾਸਟ ਟਾਈਮ ਤਰ੍ਹਾਂ, ਲੇਕਿਨ ਐਤਕੀ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ ਜਾਏਗਾ, ਇੱਥੇ ਹੀ ਬੰਨ ਲਿਆ ਜਾਏਗਾ। ਸਰ ਉਹਨਾਂ ਨੂੰ ਕੀ ਤਕਲੀਫ ਹੈ ਮੀਆਂ ਨਵਾਜ਼ ਸਾਹਿਬ ਤੋਂ? ਦੇਖੋ ਅਸੀਂ ਫੈਸਲ ਪਾਟਾ ਤੇ 2-3 ਪ੍ਰੋਗਰਾਮ ਕੀਤੇ ਨੇ ਜੀ, ਔਰ ਅਸੀਂ ਉਹਦੇ ਤੇ ਤਹਿਕੀਕ ਕੀਤੀ ਮੈਂ ਇਹਦਾ ਪਤਾ ਕਰੀਏ ਵੀ ਹੈ ਕਿਦਾ, ਕਿਉਂਕਿ ਲੱਗਦਾ ਇੰਜ ਹੀ ਹੈ ਵੀ ਜਿਵੇਂ ਉਹ ਕੋਈ ਲਾਵਾਰਸ ਹੈ ਕਿਸੇ ਅੰਡਰਵਰਲਡ ਦੇ ਪੁਰਾਣੇ ਕਿਸੇ ਪਿੱਟੇ ਡਾਨ ਦਾ ਮੁੰਡਾ, ਠੀਕ ਹੈ। ਉਹ ਸਾਨੂੰ ਪਤਾ ਲੱਗਾ ਕਿ ਇਹ ਪੁਰਾਣੀ ਗੱਲ ਹੈ। ਹੁਣ ਇਸ ਗੱਲ ਨੂੰ ਵੀ ਹੁਣ ਜਿਹੜੇ ਚਸ਼ਮਦੀਦ ਨੇ ਉਹ ਦੱਸਦੇ ਨੇ ਕਿ 50 ਸਾਲ ਪੁਰਾਣੀ ਗੱਲ ਹੈ। ਅੱਛਾ ਜੀ। ਇੱਕ ਡਾਂਸਰ ਹੁੰਦੀ ਸੀ, ਗੱਲ ਬੜੀ ਤਵੱਜੋ ਨਾਲ ਸੁਣਨੀ ਹੈ, ਔਰ ਉਹ ਸਾਡੇ ਉਸ ਵਿਲਾਗ ਜਿਹੜੇ 2 ਅਸੀਂ ਬੈਕ ਟੂ ਬੈਕ ਕੀਤੇ ਸੀ, ਉਸ ਤੋਂ ਬਾਅਦ ਪਾਟਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ, ਔਰ ਜਿਨ੍ਹਾਂ ਦਾ ਉਹ ਤਰਜਮਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਨੂੰ ਵੀ ਅਸੀਂ ਵਿਲਾਗ ਘੱਲੇ ਸੀ ਕਿ ਇਹ ਬੰਦਾ ਤੇ ਇਹਦੀ ਨਿਸ਼ਾਨਦੇਹੀ ਕਰ ਲਓ, ਇਹਨੂੰ ਸਾਈਡ ਤੇ ਹੋ ਜਾਏ, ਸਾਨੂੰ ਨਜ਼ਰ ਨਹੀਂ ਆਉਣਾ ਚਾਹੀਦਾ, ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਐਲੀਮੈਂਟ, ਕਿਉਂਕਿ ਪਾਕਿਸਤਾਨ ਨਹੀਂ ਬਰਦਾਸ਼ਤ ਕਰ ਸਕਦਾ ਕਿ ਇਸ ਤਰ੍ਹਾਂ ਦੇ ਬੇਹਯਾ ਲੋਕ ਆ ਕੇ ਕੁੜਤੇ ਗਲਮੇ ਖੋਲ ਕੇ ਤੇ ਆਪਣਾ ਟੁੰਗ ਕੇ ਬਾਹਾਂ ਤੇ ਕਹੇ ਜੀ ਆ ਫਲਾਣੇ ਨੂੰ ਫੜ ਲਓ, ਫਲਾਣੇ ਨੂੰ ਇੰਜ ਕਰ ਦੇ, ਬਈ ਤੂੰ ਭੈਣਾਂ ਵੀ ਆਈਆਂ ਸਾਰਿਆਂ ਨਾਲ, ਬਈ ਫੜ ਲਓ ਸਾਰਿਆਂ ਨੂੰ। ਮਤਲਬ ਸੰਦੇਲਾ ਸਾਹਿਬ ਉਹ ਗੱਲ ਇਹ ਵੇ ਕਿ ਟੀਨਾ ਨਾਮੀ ਇੱਕ ਡਾਂਸਰ ਹੁੰਦੀ ਸੀ, ਬੜੀ ਪੁਰਾਣੀ ਗੱਲ ਹੈ। ਅੱਛਾ ਜੀ। ਸਾਡੀ ਉਨੀ ਉਮਰ ਵੀ ਨਹੀਂ। ਟੀਨਾ ਨਾਮੀ ਡਾਂਸਰ ਸੀ ਤੇ ਬੜੀ ਉਹ ਮਸ਼ਹੂਰ ਸੀ। ਉਹ ਰਾਵਲਪਿੰਡੀ ਦੇ ਵਿੱਚ ਉਹ ਕਿਧਰੇ ਆਪਣਾ ਕਿਸੇ ਫੰਕਸ਼ਨ ਤੇ ਆਈ ਸੀ ਤੇ ਉਦੋਂ ਸ਼ਹੀਦਾਂ ਟੱਲੀ ਜਿਹੜਾ ਉਹ ਨਵਾਂ ਉੱਠਿਆ ਸੀ ਸਿਆਸਤ ਵਿੱਚ, ਜਾਂ ਉਹਦੀ ਮਤਲਬ ਜਵਾਨੀ ਚੜੀ ਸੀ ਔਰ ਉਹਦਾ ਨਾਮ ਬਣਿਆ ਸੀ। ਪੁੱਠੋ ਦੌਰ ਦੀ ਗੱਲ ਕਰਨਾ, ਪੁਰਾਣੀ ਗੱਲ ਹੈ। ਉਹ ਜਿਹੜੀ ਆ ਉਹ ਟੀਨਾ ਡਾਂਸਰ ਜਿਹੜੀ ਸੀ ਉਹਦਾ ਅਟਾ ਸਟਾ ਲੱਗ ਜਾਂਦਾ ਸ਼ਹੀਦੇ ਟੱਲੀ ਨਾਲ। ਤੁਹਾਨੂੰ ਪਤਾ ਸ਼ਹੀਦੇ ਟੱਲੀ ਵੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਹਲਾਲ ਦਾ ਨਹੀਂ ਕੀਤਾ, ਠੀਕ ਹੈ ਨਾ। ਤੁਸੀਂ ਉਹੀ ਨਹੀਂ ਮੈਂ ਕਹਿ ਰਿਹਾ, ਉਹ ਤੇ ਬਲਕਿ ਉਹਦੀ ਤੇ ਇੱਕ ਵੀਡੀਓ ਵੀ ਹੈ ਜਿਹਦੇ ਚ ਉਹ ਆਂਦਾ ਹੈ ਜਦੋਂ ਵੀ ਬਾਹਰੋਂ ਖਾਦਾ ਹਰਾਮ ਦਾ ਖਾਦਾ। ਉਹੀ ਤੇ ਮੈਂ ਕਹਿ ਰਿਹਾ। ਤੇ ਉਹਦੇ ਨਾਲ ਨਾ ਦੋਸਤੀ ਹੋ ਜਾਂਦੀ ਹੈ ਟੱਲੀ ਦੀ। ਅੱਛਾ ਜੀ। ਦੋਸਤੀ ਹੋ ਜਾਂਦੀ ਹੈ ਤੇ ਉਹ ਅੰਦਰ ਯੂਥੀਆ ਸੁੱਟ ਦਿੰਦਾ। ਅੱਛਾ ਜੀ। ਉਹ ਜਦੋਂ ਅੰਦਰ ਯੂਥੀਆ ਸੁੱਟ ਦਿੰਦਾ ਤੇ ਉਹ ਵਾਪਸ ਚਲੀ ਜਾਂਦੀ ਹੈ। ਕੁਛ ਅਰਸਾ ਲੱਗਦਾ ਹੈ ਤੇ ਇਹਦਾ ਜਿਹੜਾ ਪਿਓ ਹੈ ਨਾ, ਅਸਲ ਜਿਹੜਾ ਕਾਗਜ਼ਾਂ 'ਚ ਪਿਓ ਹੈ, ਉਹਦੇ ਨਾਲ ਵਿਆਹ ਹੋ ਜਾਂਦਾ। ਉਹ ਟੀਨਾ ਨਾਲ ਉਹਦੇ ਨਾਲ ਵਿਆਹ ਹੋ ਜਾਂਦਾ ਅਸਲ, ਹਾਂ ਟੀਨਾ ਡਾਂਸਰ ਨਾਲ, ਲੇਕਿਨ ਅੰਦਰ ਯੂਥੀਆ ਸੀ, ਠੀਕ ਹੈ, ਆਲਰੇਡੀ ਸੀ। ਤੇ 2 ਬੰਦੇ ਨੇ ਜਿਨ੍ਹਾਂ ਨੇ ਕਨਫਰਮ ਕੀਤਾ ਵੀ ਉਦੋਂ ਇਹਦੀ ਉਮਰ ਐਵੇਂ ਕੋਈ 6-8 ਮਹੀਨੇ ਸੀ ਜਦੋਂ ਵਿਆਹ ਹੋਇਆ ਇਹਦੇ ਅਸਲ ਪਿਓ ਦਾ ਟੀਨਾ ਡਾਂਸਰ ਨਾਲ, ਔਰ ਇਹ ਜਹੇਜ਼ ਦੇ ਵਿੱਚ ਮਤਲਬ ਇਹ ਨਾਲ ਗਿਆ ਸੀ। ਜਿਵੇਂ ਪਿੰਡਾਂ ਥਾਵਾਂ ਤੇ ਐਵੇਂ ਗੱਲ ਨਹੀਂ ਬਣੀ ਹੁੰਦੀ ਡੇਰਿਆਂ ਡੱਬਿਆਂ ਦੇ, ਉਹ ਫਲਾਣਿਆ ਤੂੰ ਤੇ ਜਹੇਜ਼ ਨਾਲ ਹੀ ਆਇਆ ਸੀ, ਹੈ ਤੂੰ ਜਹੇਜ਼ ਨਾਲ ਆਇਆ ਸੀ, ਬਿਲਕੁਲ ਠੀਕ ਹੈ ਨਾ ਜੀ। ਇਹ ਜਹੇਜ਼ ਨਾਲ ਗਿਆ ਸੀ ਇਹ, ਔਰ ਉਹ ਦੱਸਣ ਵਾਲੇ ਦੱਸਦੇ ਨੇ ਵੀ ਇਹਦਾ ਜਿਹੜਾ ਪਿਓ ਸੀ ਉਹ ਵੀ ਕਿਸੇ ਮਹਿਕਮੇ 'ਚ ਸੀ ਤੇ ਮਤਲਬ ਪਤਾ ਨਹੀਂ ਹਵਾਲਦਾਰ ਸੀ ਜਾਂ ਕੀ ਸੀ, ਉਹਦਾ ਕਿਸੇ ਮਹਿਕਮੇ 'ਚ ਸੀ, ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਉਹਦਾ ਪਿਓ ਉਸ ਮਹਿਕਮੇ 'ਚੋਂ ਰਿਟਾਇਰਡ ਹੁੰਦਾ ਤੇ ਉਹ ਮੁਨਸ਼ਿਆਤ ਦਾ ਕੰਮ ਉਹਨੇ ਸ਼ੁਰੂ ਕਰ ਦਿੱਤਾ। ਬੜੇ ਉਤਲੇ ਲੈਵਲ ਤੇ ਮੁਨਸ਼ਿਆਤ ਦਾ ਕੰਮ ਕੀਤਾ, ਔਰ ਇਹਨੇ ਆਪਣੀ ਜਵਾਨੀ ਦੇ ਵਿੱਚ ਹੀ ਇਹ ਵੀ ਉਹ ਸਾਰੇ ਹਿਸਾਬ ਕਿਤਾਬ ਜਦੋਂ ਅਲਤਾਫ ਹੁਸੈਨ ਦਾ ਤੂਤੀ ਬੋਲਣ ਲੱਗ ਗਿਆ ਔਰ ਸਾਰਾ, ਔਰ ਇਹ ਵੀ ਜਿਹੜੇ ਅੱਜ ਕੱਲ੍ਹ ਆਪਰੇਸ਼ਨ ਨਹੀਂ ਹੋ ਰਿਹਾ ਅਫਗਾਨੀਆਂ ਤੇ ਕਰਾਚੀ ਦੇ ਵਿੱਚ, ਹਰ ਪਾਸੇ ਜਿਹੜੇ ਮੁਨਸ਼ਿਆਤ ਲੈ ਕੇ ਆਉਂਦੇ ਨੇ ਤੇ ਇੱਧਰੋਂ ਚੀਨੀ ਔਰ ਡਾਲਰ ਔਰ ਪਤਾ ਨਹੀਂ ਕੀ ਲੈ ਕੇ ਜਾਂਦੇ ਨੇ ਜੀ ਜੀ। ਜਿਸ ਤਰ੍ਹਾਂ ਜਿੱਥੋਂ ਉਹ ਸਿਆਲਕੋਟੀ ਕੁੱਕੜ ਫੜਿਆ ਗਿਆ ਸੀ ਉਸਮਾਨ ਢਾਰ, ਜੀ 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 ਜੀ, ਉਹ ਪੀਰਨੀ ਦੇ ਕਜ਼ਨ ਦੇ ਉਹ ਜਿਹੜਾ ਸੀ ਉਹਦੇ ਵਿੱਚ ਫੜਿਆ ਗਿਆ ਸੀ ਨਾ ਜੀ। ਤੇ ਇਹ ਜਿੱਥੋਂ ਫੜਿਆ ਗਿਆ ਸੀ, ਬਿਲਕੁਲ ਹਾਂ। ਇਹ ਫੈਸਲ ਵਾਡਾ ਜਿਹੜਾ ਇਹ ਵੀ ਮੁਨਸ਼ਿਆਤ ਦਾ ਕੰਮ ਕਰਦਾ, ਹੁਣ ਹੋਰ ਕਰਦਾ ਹੈ ਕਿ ਨਹੀਂ। ਇਹਦਾ ਜਿੰਨਾ ਪੈਸਾ ਇਹਨੇ ਬਣਾਇਆ, ਅਰਬਪਤੀ ਆਦਮੀ ਹੈ ਜੀ ਜੀ, ਔਰ ਕਾਰੋਬਾਰ ਕੋਈ ਨਹੀਂ।
मतलब अरबपति आदमी है, कारोबार सर जी कोई नहीं, ये नवी साइंस है। और फिर साइंस जो कराची के विच असां खोली है तो उन्हें कहा सर ये चंद ਜਿਹੜੇ 2-3 ਦਰਜਨ ਵੱਡੇ ਮੁਨਸ਼ਿਆਤ ਦੇ ਆਪਣਾ ਡਾਨ ਹੁੰਦੇ ਸੀ, ਉਹਨਾਂ ਦੇ ਵਿੱਚ ਫੈਸਲ ਪਾਟਾ ਮੌਜੂਦ ਹੈ। ਔਰ ਉਸ ਤੋਂ ਬਾਅਦ ਇਹਨੂੰ ਜਿਹੜੀ ਵਜ਼ਾਰਤ ਮਿਲੀ, ਉਸ ਵਜ਼ਾਰਤ ਦੇ ਵਿੱਚ ਵੀ ਇਹਨੇ ਪੂਰੇ ਹੁੰਜੇ ਮਾਰੇ ਨੇ ਔਰ ਪੂਰੀ ਠਕਾਈ ਕੀਤੀ ਹੈ। ਬਰਤਾਨੀਆ ਦੇ ਵਿੱਚ ਵੀ 3-4 ਜਦਾਦਾਂ, ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਦੁਬਈ ਦੇ ਵਿੱਚ, ਲੇਕਿਨ ਕਾਰੋਬਾਰ ਕੋਈ ਨਹੀਂ ਸੰਧੇਲਾ ਸਾਹਿਬ। ਤੇ ਇਹ ਫੈਸਲ ਪਾਟਾ ਵਰਗੇ ਲੋਕ ਜਿਹੜੇ ਨੇ ਇਹਨਾਂ ਨੂੰ ਮੀਡੀਆ ਤੇ ਲਿਆ ਕੇ ਬਿਠਾਣਾ, ਮੈਂ ਸਮਝਣਾ कि ये पाकिस्तानी आवाम की बेहुरमती है। पाकिस्तान की आवाम जिहड़ी है वो एडी भी गई गुजरी नहीं कि इस तरह के लपर करने तुसी कोई बंदा भी अपने मकसद वास्ते इस तरह के लोग जिहड़े ने वो बिठाए जान। और तुसी ओदी सारा चाल चलन वेख लो, जो शेख रशीद कहंदा सी टीवी ते ओही फैसल वाडा कहंदा। मतलब प्यो की याद ते मतलब खून ते हुंदा ना जी, खून ते खून हुंदा। मतलब ਜਿਹੜੀ ਬਕਵਾਸਿਆਤ ਸ਼ਹੀਦਾ ਟੱਲੀ ਕਰਦਾ ਸੀ, ਉਹ ਬਕਵਾਸਿਆਤ ਜਿਹੜੀ ਇਹ ਫੈਸਲ ਵਾਢਾ ਕਰਦਾ ਆ ਕੇ ਟੀਵੀ ਤੇ ਅਸੀਂ ਜਦੋਂ ਦੇ 2-3 ਵਿਲਾਗ ਛੱਡੇ ਨੇ ਹਜੇ ਤੱਕ ਤੇ ਸਾਨੂੰ ਨਜ਼ਰ ਨਹੀਂ ਆਇਆ, ਤੇ ਹੁਣ ਪਤਾ ਨਹੀਂ ਅੱਗੋਂ ਨਜ਼ਰ ਆਉਂਦਾ ਕਿ ਨਹੀਂ। ਲੇਕਿਨ ਇਸ ਤਰ੍ਹਾਂ ਦੇ ਮੀਡੀਆ ਅੱਗੇ ਵੀ ਸਾਡੀ ਗੁਜ਼ਾਰਿਸ਼ ਹੈ, ਜਿੰਨੇ ਵੀ ਆ ਚੈਨਲ ਨੇ ਵੱਡੇ ਵੱਡੇ ਔਰ ਮੀਡੀਆ ਮਾਲਕਾਨ ਦੇ ਅੱਗੇ ਵੀ ਗੁਜ਼ਾਰਿਸ਼ ਹੈ ਕਿ ਖੁਦਾਰਾ ਕੁਛ ਖਿਆਲ ਕਰ ਲਿਆ ਕਰੋ, ਐਸੇ ਲੋਕ ਲੈ ਕੇ ਆਵੋ ਜਿਹੜੇ ਬਲਦੀ ਨੂੰ ਬੁਝਾਣ, ना कि उत्ते मिट्टी पाण, मिट्टी पा के अफरा तफरी वाले पासे गल लैके जान। क्योंकि मुल्क बड़े नाजुक हालात दे विचों गुजरदा पिया। सानू सारियां नू मिल के अपने वतन वास्ते काम करना चाहिए और अगे लैके जाना चाहिए, सुकून लैके आना चाहिए, अफरा तफरी वाले पासे नहीं लेना चाहिए। और मार धाड़ और मैं फड़ लांगा, मैं जहाज च कर लांगा, मैं इंज कर लांगा, बे तू कौन? वो तेरी जेब विच अमरीका दा पासपोर्ट, वो सुप्रीम कोर्ट दे विच तू कुरान ते हलफ दे दिता जी मेरे को कोई नहीं, लेकिन तेरी जेब विच सी। वो तेरे तो गंदा और गलीज बंदा और मुल्क दुश्मन और गद्दार कौन हो सकता है? भाई जी दी जेब विच पासपोर्ट है ते वो इलैक्शन कमीशन च कह रहा जी मेरे को तो कोई नहीं। उन्हें जेब फोली दे विचों निकल गया, उत्ते खलो के इलैक्शन कमीशन दे विच इहदी उतली जेब दे विच पासपोर्ट सी, ये उत्थे हलफनामा लिखदा सी पिया कि जी मेरे को है ही नहीं। ते इस तरह के गंदे किरदार जिहड़े ने फैसल पाटा वर्गे, उन्होंने मीडिया ते नहीं लैके आना चाहिए, ये गल तय वे। और मैं समझना कि इस तरह के लोग जिस तरह का ये तासर देंदे ने जी, असी एस्टैबलिशमेंट के जनाब असी स्पोक परसन, हालांकि एस्टैबलिशमेंट का दूर दूर तक तलक नहीं, इस दगड़ना ठीक हो गया ना। ये सिर्फ अपना एक अके जो इहदी हुण की लाइफ है, ना उहदी पार्टी, ना उहदा कोई वोट, ना कोई यारी, ना सजनी, ना बैठक, ना उठक। असल प्यो भी फड़िया गया है, असल प्यो भी अंदर एक अवारा टाइप आदमी है ना जी, अवारा टाइप। तो एक अवारा आदमी आके पाकिस्तान के टीवी ते ये तासर देवे कि मैं एस्टैबलिशमेंट का नुमाइंदा, ते ये मैं समझना कि काबिले कबूल ही नहीं, ये साडे वतन वास्ते ठीक नहीं। और जिन्हां दे बारे ये गल करदा है उन्हां अगे भी साडी गुजारिश है कि इस तरह के गटर जिहड़े ने इन्हां दे मूंह बंद किते जाण, क्योंकि ये बदनामी है साडी फौज की, साडे अदारियां दी, साडे मुल्क की मजमूई तौर पर यह बदनामी है जिहड़ा यह फैसल पाटा है। तो इस तरह के लोगों की कला कमा करना चाहिए और उन्होंने खबरदार करना चाहिए कि तू अगर तासर भी दिता कि तू फौज का तर्जमान है या तू एस्टैबलिशमेंट का तर्जमान है, बल्कि कई लोगों को मैसेज करके कहता कि मैं तो जी वड्डे घर का तर्जमान, भाई तू काहदी तर्जमानी करना है, तू कौन है? मतलब कि ये मतलब कितनी बड़ी शर्म वाली गल है कि इस तरह के लौंडे लपाड़े जिहड़े ने आके साडे अदारियां नूं इस तरह बदनाम करते हैं। तो और मैं अदारियां अगे भी गुजारिश करना कि सर तुसीं भी कुछ 4 लित्र मार के इहनूं घर बिठा दिओ, ये पाकिस्तान वास्ते ठीक नहीं जी। सर बिल्कुल ठीक हो गया। मिठा जी जरा मैनूं ये दसो कि जिहड़ा तुसीं मीडिया की गल अगर कर रहे हो तो जिहड़ा मीडिया है वो ते बैठे कुछ लोग ऐसे ਜਿਹੜੇ ਸੀਨੀਅਰ ਬਜ਼ੁਰਗ ਨੇ ਉਹ ਮਤਲਬ ਬਹਿ ਕੇ ਅਜੀਬ ਗੱਲਾਂ ਕਰ ਰਹੇ ਨੇ ਬੈਠੀਆਂ ਹੋਈਆਂ, ਜਿਸ ਤਰ੍ਹਾਂ ਕਿ ਮਤਲਬ ਆਪਣਾ ਮੀਆਂ ਨਵਾਜ਼ ਸਾਹਿਬ ਜਿਹੜੇ ਉਹ ਗਵਾਲ ਮੰਡੀ ਤੋਂ ਹਾਰ ਜਾਣਗੇ ਔਰ ਉਹਨਾਂ ਅਗਰ ਜਵਾਬ ਦਈਏ ਤੇ ਫਿਰ ਗੁੱਸਾ ਵੀ ਕਰਦੇ ਨੇ, ਮਤਲਬ ਕਿ ਸਾਡੇ ਖਿਲਾਫ ਪ੍ਰੋਗਰਾਮ ਵੀ ਤੇ ਕਾਲਮ ਵੀ ਤੇ ਸਭ ਕੁਝ ਵੀ। ਮਤਲਬ ਮੀਆਂ ਸਾਹਿਬ ਤੇ ਹਾਲੀ ਆਏ ਨਹੀਂ, ਜਦੋਂ ਆਣਗੇ ਆਵਾਮ ਕੋਲ ਜਾਣਗੇ, ਆਵਾਮ ਰਿਫਿਊਜ਼ ਕਰਨਗੇ, ਉਦੋਂ ਇਹ ਗੱਲ ਕਰਦੇ ਚੰਗੇ ਲੱਗਦਾ। ਨਜੂਮ ਦਾ ਇਲਮ ਤੇ ਨਹੀਂ ਸਰ, ਉਹਨਾਂ ਨੂੰ ਵੀ ਕੁਝ ਖਿਆਲ ਕਰਨਾ ਚਾਹੀਦਾ, ਜਿਹੜੇ ਬਜ਼ੁਰਗ ਬੈਠੇ ਨੇ 50-50 ਸਾਲ ਉਮਰਾਂ ਹੋ ਗਈਆਂ ਇਹਨਾਂ ਦੀਆਂ। जी जी बिल्कुल संदेला साहब, साड़ी नज़र दे विचों भी ये गल गुजरी है
ਕਿ ਇਸ ਤਰ੍ਹਾਂ ਦੇ ਬਿਆਨਾਤ ਬੁੱਢੜ ਜਿਹੜਾ ਉਹ ਦਿੰਦਾ ਪਿਆ ਇਸਲਾਮਾਬਾਦ ਦੇ ਵਿੱਚ ਪੈ ਕੇ। ਮੈਂ ਸਮਝਣਾ ਕਿ ਇਹ ਲੱਗਦਾ ਇੰਝ ਹੀ ਹੈ ਕਿ ਪਿੰਕੀ ਪੀਰਨੀ ਦੀ ਰੂਹ ਜਿਹੜੀ ਹੈ ਇਹਦੇ 'ਚ ਆ ਗਈ ਹੈ ਇਸ ਬੁੱਢੇ 'ਚ। ਜਿਸ ਤਰ੍ਹਾਂ ਪਿੰਕੀ ਪੀਰਨੀ ਦੇ ਪਿੱਛੇ ਇੱਕ ਉਹ ਸੀ, ਮੇਰੇ ਜ਼ਿਹਨ 'ਚ ਨਾਂ ਨਿਕਲ ਗਿਆ, ਪਤਾ ਨਹੀਂ ਉਹਦਾ ਨਾਂ ਕੀ ਸੀ, ਅੱਲਾ ਦਿੱਤਾ ਜਾਂ ਕੀ। ਇਸ ਤਰ੍ਹਾਂ ਇਹ ਜਿਹੜੇ ਬੁੱਢੜ ਬੈਠੇ ਨੇ ਇਹਨਾਂ ਦੇ ਹਿਸਾਬ ਕਿਤਾਬ ਵੀ ਜਿਹੜੇ ਨੇ ਨਾ ਉਹ ਜਾਦੂ ਟੂਣੇ ਵਾਲੇ ਮੈਨੂੰ ਨਜ਼ਰ ਆ ਰਹੇ ਨੇ। ਕਿਉਂਕਿ ਕੀ ਕਹਿ ਸਕਦੇ ਨੇ, ਇਹ ਕੋਈ ਇਹਨਾਂ ਦੇ ਕੋਲ ਅੱਗਾ ਪਿੱਛਾ ਤੇ ਹੈ ਨਹੀਂ। ਮਤਲਬ ਲਿਖਤ ਪੜ੍ਹਤ ਦੇ ਵਿੱਚੋਂ ਟੀਵੀ ਤੇ ਆ ਕੇ ਬਹਿ ਗਿਆ, ਸੋਸ਼ਲ ਮੀਡੀਆ ਦਾ ਹਿਸਾਬ ਕਿਤਾਬ ਦਾ ਨਹੀਂ ਪਤਾ, ਔਰ ਬਹਿ ਕੇ ਬਿਆਨਬਾਜ਼ੀ ਕਰਨੀ ਹੈ ਕਿ ਰੇਟਿੰਗ ਕਿੱਥੋਂ ਆਣੀ ਹੈ, ਰੇਟਿੰਗ ਕਿਸ ਤਰ੍ਹਾਂ ਆ ਸਕਦੀ ਹੈ, ਮਿਹਨਤ ਕਰਨੀ ਨਹੀਂ, ਗਲੀਆਂ ਮਹੱਲਿਆਂ ਜਾ ਕੇ ਖਬਰ ਇਕੱਠੀ ਕਰਨੀ ਨਹੀਂ, ਉੱਥੇ ਬਹਿ ਕੇ ਏਸੀ ਵਾਲੇ ਦਫ਼ਤਰਾਂ ਦੇ ਵਿੱਚ ਸੇਠਾਂ ਕੋਲ ਪੈਸੇ ਲੈ ਕੇ ਤੇ ਇਹ ਇਸ ਤਰ੍ਹਾਂ ਦੀ ਬਕਵਾਸੀਅਤ ਸ਼ੁਰੂ ਕਰ ਦਿੰਦੇ ਨੇ। ਹੁਣ ਤੁਸੀਂ ਵੇਖੋ ਨਾ, ਜਿਵੇਂ ਉਹ ਹਾਰੂਨ ਰਸ਼ੀਦ ਹੈ ਬੁੱਢੜ, ਉਹ ਹਰ ਰੋਜ਼ ਕਹਿੰਦਾ ਸ਼ਾਮ ਨੂੰ ਕਿ ਕੱਲ ਸੁਬਹ ਇਮਰਾਨ ਖਾਨ ਨੇ ਵਜ਼ੀਰ ਆਜ਼ਮ ਬਣ ਜਾਣਾ, ਸਾਊਦੀ ਅਰਬ ਦਾ ਜਹਾਜ਼ ਆ ਗਿਆ, ਡੀਲ ਹੋ ਗਈ ਹੈ, ਬਸ ਇਹ ਨਿਕਲਿਆ ਤੇ ਐਲਾਨ ਹੋ ਜਾਣਾ ਵਜ਼ਾਰਤ ਉਜ਼ਮਾ ਦਾ। ਇਹ ਹੁਣ ਜਿਹਦੀ ਤੁਸੀਂ ਗੱਲ ਪੈ ਕਰਦੇ ਹੋ, ਚੰਗਾ ਭਲਾ ਇਹ ਬੜਾ ਅੱਛਾ ਆਦਮੀ ਹੈ, ਜਮਹੂਰੀ ਆਦਮੀ ਹੈ, ਅਸੀਂ ਬੜੀ ਕਦਰ ਕੀਤੀ ਹੈ ਹਮੇਸ਼ਾ, ਲੇਕਿਨ ਇਹ ਵੀ ਕਿ ਸ਼ਰਮ ਨਹੀਂ ਆਉਂਦੀ। ਅਸੀਂ ਇਹਨਾਂ ਕੋਲੋਂ ਬੜਾ ਸਿੱਖਿਆ, ਇਹਨਾਂ ਕੋਲ ਬੜਾ ਸਿੱਖਿਆ ਜੀ। ਜੀ ਜੀ ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ, ਗਵਾਲ ਮੰਡੀ ਤੋਂ ਨਹੀਂ ਜਿੱਤਣਾ ਬਈ। ਮੀਆਂ ਆਏਗਾ, ਅੱਗੋਂ ਆ ਕੇ ਕੰਪੇਨ ਕਰੇਗਾ, ਆਪਣਾ ਮਨਸ਼ੂਰ ਦੇਗਾ, ਲੋਕਾਂ 'ਚ ਜਾਏਗਾ, ਇਲੈਕਸ਼ਨ ਹੋਣਗੇ, ਪਤਾ ਲੱਗ ਜਾਏਗਾ। ਮਤਲਬ 6 ਮਹੀਨੇ ਪਹਿਲੇ ਹੀ ਤੂੰ ਕਹਿ ਰਿਹਾ ਕਿ ਮੀਆਂ ਨੇ ਗਵਾਲ ਮੰਡੀ ਤੋਂ ਵੀ ਹਾਰ ਜਾਣਾ। ਕੀ ਤੂੰ ਉੱਥੇ ਕਾਕੀ ਵਿਆਹੀ ਹੈ ਵੀ ਮੀਆਂ ਨੇ ਗਵਾਲ ਮੰਡੀ ਤੋਂ ਹਾਰ ਜਾਣਾ ਬੁੱਢਿਆ? ਮਤਲਬ ਅਜੀਬੋ ਗਰੀਬ ਮੰਤਕ ਹੈ। ਉਹ ਹੁਣ ਕਾਸ਼ਫ ਅਬਾਸੀ ਜਿਹੜਾ ਨਾ ਕੁਝ ਕਹੋ, ਉਹਨੂੰ ਗੁੱਸਾ ਕਰਕੇ ਸਾਡੇ ਤੇ ਉਲਟਾ ਸ਼ੁਰੂ ਹੋ ਜਾਂਦਾ। ਮੇਰੇ ਤੇ ਉਹਨੇ ਪੂਰਾ ਕਾਲਮ ਲਿਖ ਦਿੱਤਾ ਉਹਨੇ। ਦੇਖੋ ਗੱਲ ਇਹ ਵੇ ਕਿ 80 ਸਾਲ ਉਹਦੀ ਉਮਰ ਹੈ, ਠੀਕ ਹੈ, ਔਰ ਆਪਣੇ ਆਪ ਨੂੰ ਹਜੇ ਵੀ ਉਹ 45 ਦਾ ਲੱਗਣ ਦੀ ਕੋਸ਼ਿਸ਼ ਕਰਦਾ। ਅਸੀਂ ਬੜਾ ਉਹਨੂੰ ਸੁਣਦੇ ਰਹੇ ਹਾਂ, ਬੜਾ ਫਾਲੋ ਵੀ ਕਰਦੇ ਰਹੇ ਹਾਂ, ਬੜਾ ਕੁਝ ਸਿੱਖੀਦਾ ਸੀ ਅੱਜ ਤੋਂ 4-5 ਸਾਲ ਪਹਿਲੇ, ਠੀਕ ਹੋ ਗਿਆ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦਾ ਜਵਾਬ ਨਾ ਦਈਏ। ਇਹ ਬਿਲਕੁਲ ਗੱਲ ਗਲਤ ਹੈ। ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਬਿਲਾਵਲ ਸਾਹਿਬ ਜਿਹੜੇ ਨੇ ਉਹ ਲੜਕਾਣਾ ਤੋਂ ਹਾਰ ਜਾਣਗੇ, ਖਾਨ ਸਾਹਿਬ ਜਿਹੜੇ ਨੇ ਉਹ ਮੀਆਂ ਵਾਲੀ ਤੋਂ ਹਾਰ ਜਾਣਗੇ, ਨਵਾਜ਼ ਸ਼ਰੀਫ ਜਿਹੜਾ ਗਵਾਲ ਮੰਡੀ ਤੋਂ ਹਾਰ ਜਾਏਗਾ। ਉਹ ਮਾਮਾ ਤੂੰ ਕੌਣ? ਉਹ ਮੌਕਾ ਤੇ ਆਣ ਦੇ ਪਹਿਲੇ, ਹਜੇ ਤੇ ਬਗਲ ਹੀ ਨਹੀਂ ਬਚਿਆ ਇਲੈਕਸ਼ਨ ਦਾ ਤੇ ਤੈਨੂੰ ਪਹਿਲੇ ਖਾਬ ਆ ਗਈ ਕਿ ਮੀਆਂ ਨੇ ਗਵਾਲ ਮੰਡੀ ਤੋਂ ਹਾਰ ਜਾਣਾ। ਕਿਉਂ? ਮੀਆਂ ਨੇ ਕੀ ਕੀਤਾ? ਮੀਆਂ ਨੇ ਗੋਗੀਆਂ ਪੀਰਨੀਆਂ ਰੱਖੀਆਂ ਸੀ, ਮੀਆਂ ਨੇ ਉਸਮਾਨ ਬੁਜ਼ਾਰ ਰੱਖੇ ਸੀ, ਮੀਆਂ ਨੇ ਮੂਨਸਲਾਈ ਰੱਖੇ ਸੀ, ਮੀਆਂ ਨੇ ਸਾਰਾ ਅਨਵਰਾ ਰੱਖੀਆਂ ਸੀ, ਮੀਆਂ ਨੇ ਆਪਣਾ ਕੀ ਨਾ ਲਈਦਾ ਖਾਬਰ ਮਨੇਕੇ ਰੱਖੇ ਸੀ। ਕਿ ਮੀਆਂ ਨੇ ਕੀ ਕੀਤਾ? ਮੀਆਂ ਨੇ ਤੇ ਇਸ ਮੁਲਕ ਨੂੰ ਬਿਜਲੀ ਦਿੱਤੀ, ਲੋਡ ਸ਼ੈਡਿੰਗ ਖਤਮ ਕੀਤੀ, ਮੋਟਰਵੇ ਦਿੱਤੀ, ਸਕੂਲ ਕਾਲਜ ਦਿੱਤੇ, ਯੂਨੀਵਰਸਿਟੀਆਂ ਦਿੱਤੀਆਂ। ਇਸ ਮੁਲਕ ਦੀ ਤਰੱਕੀ ਦਾ ਉਹ ਮੈਮਾਰ ਹੈ। ਇਸ ਮੁਲਕ ਦੇ ਅਗਰ ਨਵਾਜ਼ ਸ਼ਰੀਫ ਦੇ ਮਨਸੂਬੇ ਕੱਢ ਦਿਓ ਤੇ ਖੰਡਰ ਨਜ਼ਰ ਆਏਗਾ। ਇਹ ਕੌਣ ਲੋਕ ਨੇ? ਮਤਲਬ 80 ਸਾਲ ਇਹਨਾਂ ਦੀ ਉਮਰ ਹੈ ਤੇ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ। ਇਹ ਜਦੋਂ ਮੋਟਰਵੇ ਤੇ ਸਫ਼ਰ ਕਰਦਾ ਹੋਏਗਾ ਕੀ ਕਹਿੰਦਾ ਹੋਏਗਾ ਇਹ ਬੁੱਢਾ? ਔਰ ਉਸ ਤੋਂ ਬਾਅਦ ਇਹ ਜਿੰਨਾ ਵੀ ਇਹ ਮਾਡਰਨ ਪਾਕਿਸਤਾਨ ਇਹਦੇ ਵਿੱਚ ਜਾਂਦਾ ਹੋਏਗਾ ਤੇ ਕੀ ਸੋਚਦਾ ਹੋਏਗਾ? ਕਿਆ ਇਹਨੂੰ ਯਾਦ ਨਹੀਂ ਆਏਗਾ ਕਿ ਇਹ ਕਿਸ ਬੰਦੇ ਨੇ ਕੀਤਾ ਔਰ ਥੋੜੇ ਵਕਤ ਦੇ ਵਿੱਚ ਕੀਤਾ? ਇਸਲਾਮਾਬਾਦ ਰਾਵਲਪਿੰਡੀ ਦੇ ਵਿੱਚ ਜਿਹੜੀ ਮੈਟਰੋ ਚੱਲਦੀ ਹੈ ਪਈ ਵਰਲਡ ਕਲਾਸ, ਲੱਖਾਂ ਲੋਕ ਉਹਦੇ ਤੇ ਸਫ਼ਰ ਕਰਦੇ ਨੇ। ਇਸ ਬੁੱਢੇ ਨੂੰ ਨਜ਼ਰ ਨਹੀਂ ਆਉਂਦਾ? ਇਹ ਚਵਲ ਜਿੰਨ ਜਿਹਾ ਜਿਹੜਾ ਬੁੱਢਾ ਇਹਨੂੰ ਨਜ਼ਰ ਨਹੀਂ ਆਉਂਦਾ ਕਿ ਇਹ ਕੀ ਹੈ? ਇਹ ਇਨਕਲਾਬ ਨਹੀਂ ਤੇ ਕੀ ਹੈ? ਔਰ ਅਗਰ ਨਵਾਜ਼ ਸ਼ਰੀਫ ਰਹਿ ਜਾਂਦਾ ਅਗਲੇ 5 ਸਾਲ, ਇਹ ਤੁਹਾਡੇ ਮੁਲਕ ਦੇ ਵੱਡਿਆਂ ਸ਼ਹਿਰਾਂ ਦੇ ਵਿੱਚ ਇਹ ਪਬਲਿਕ ਟਰਾਂਸਪੋਰਟ ਜਿਹੜੀ ਹੈ, ਟ੍ਰੇਨਾਂ ਔਰ ਇਹ ਟਰਾਮਾਂ ਤੇ ਸਾਰਾ ਕੁਝ ਜਿਹੜਾ ਇਹ ਚੱਲ ਜਾਣਾ ਸੀ। ਇਹੋ ਹੀ ਤਾਂ ਵਜ੍ਹਾ ਸੀ ਕਿ ਇਹ ਸਾਰਾ ਕੁਝ ਕਰ ਜਾਂਦਾ ਤੇ ਪੂਰੀ ਆਪਣਾ ਅਗਲੇ 50 ਸਾਲਾਂ ਵਾਸਤੇ ਉਹ ਬਣਦਾ ਰਹਿੰਦਾ। ਇਹੀ ਤਾਂ ਰੌਲਾ ਸੀ। ਤਰੱਕੀ ਨਹੀਂ ਹੋਣ ਦੇਣੀ। ਇਸ ਮੁਲਕ ਦੇ ਆਵਾਮ ਨੂੰ ਸਸਤੀਆਂ ਚੀਜ਼ਾਂ ਕਿਉਂ ਦੇ ਰਿਹਾ? ਇਸ ਮੁਲਕ ਵਿੱਚ ਇਨਕਲਾਬ ਕਿਉਂ ਲੈ ਕੇ ਆ ਰਿਹਾ ਮੁਆਸ਼ੀ? ਇਸ ਮੁਲਕ ਦੀ ਤਰੱਕੀ ਦਾ ਮੈਮਾਰ ਕਿਉਂ ਹੈ? ਕਿਉਂ ਮੀਆਂ ਨਵਾਜ਼ ਸ਼ਰੀਫ ਜਦੋਂ ਆਂਦਾ ਤੇ ਮੁਲਕ ਤਰੱਕੀ ਕਰਦਾ? ਸਾਨੂੰ ਇਹਦਾ ਜਵਾਬ ਅੱਜ ਤੱਕ ਨਹੀਂ ਕਿਸੇ ਦਿੱਤਾ। ਜਦੋਂ ਵੀ ਮੀਆਂ ਨਵਾਜ਼ ਸ਼ਰੀਫ ਆਇਆ ਇਸ ਮੁਲਕ ਵਿੱਚ ਤਰੱਕੀ ਹੋਈ ਹੈ। ਜਿਹੜੀ ਚੀਜ਼ ਨੂੰ ਮੀਆਂ ਹੱਥ ਲਾਉਂਦਾ ਉਹ ਸੋਨਾ ਹੋ ਜਾਂਦੀ ਹੈ। ਔਰ ਇਹ ਦਗੜ ਜਿਹੜੇ ਨੇ 4 ਟਕੇ ਦੇ ਲੋਕ ਇਧਰੋਂ ਉਧਰੋਂ ਪੈਸੇ ਖਿੱਚ ਥਰੂ ਕਰਕੇ ਤੇ ਅੱਜ ਇਹ ਕਹਿੰਦੇ ਨੇ ਕਿ ਮੀਆਂ ਜਿਹੜਾ ਗਵਾਲ ਮੰਡੀ ਦੇ ਵਿੱਚੋਂ ਵੀ ਹਾਰ ਜਾਣਾ। ਪਰ ਗਵਾਲ ਮੰਡੀ ਦੇ ਵਿੱਚੋਂ ਹਾਰ ਜਾਣਾ ਜਦੋਂ ਆਏਗਾ ਤੇ ਪਤਾ ਲੱਗੇਗਾ ਕਿ ਮੀਆਂ ਨੇ ਕਿੱਥੋਂ ਹਾਰਨਾ ਤੇ ਕਿੱਥੋਂ ਜਿੱਤਣਾ। ਤੂੰ ਪਹਿਲੇ ਹੀ ਮਤਲਬ ਕਾਕੀਆਂ ਸਾਡੇ ਨਾਲ ਵਿਆਹੀ ਜਾਣਾ ਬੁੱਢਿਆ। ਜੀ ਸਰ, ਮੇਰਾ ਜਿਹੜਾ ਉਹਨਾਂ ਨੂੰ ਮਤਲਬ ਕਿ ਜਵਾਬ ਵੀ ਸੀ ਜਿਹੜਾ ਮੈਂ ਹੱਥ ਜੋੜ ਕੇ ਤੇ ਬੰਨ ਕੇ ਉਹਨਾਂ ਕੋਲੋਂ ਮਾਫੀ ਮੰਗ ਕੇ ਉਸ ਦਿਨ ਉਹਨਾਂ ਕੋਲੋਂ ਮਤਲਬ ਮਕਸਦ ਕਹਿਣ ਦਾ ਵੀ ਇਹੀ ਸੀ ਕਿ ਅਗਰ ਖੁਦਾ ਨਾ ਕਰੇ ਕਿਸੇ ਜਗ੍ਹਾ ਤੇ ਐਸੀ ਹੈ ਵੇ ਤੇ ਪੂਰਾ ਸੱਚ ਬੋਲੋ। ਤੁਸੀਂ ਜਿਸ ਵਜ੍ਹਾ ਤੋਂ ਕਹਿ ਰਹੇ ਹੋ ਨਾ, ਫਰਜ਼ ਕਰ ਲੈਂਦੇ ਆ, ਤੁਸੀਂ ਜਿਸ ਵਜ੍ਹਾ ਤੋਂ ਕਹਿ ਰਹੇ ਹੋ ਕਿ ਪਿਛਲੇ 16 ਮਹੀਨੇ ਦੀ
ਕਾਰਗਰਦਗੀ ਦੀ ਪਾਰੋਂ ਹਾਰ ਜਾਏਗਾ। ਲੋਕਾਂ ਨੂੰ ਪੂਰਾ ਸੱਚ ਦੱਸੋ ਕਿ 16 ਮਿੰਟ ਦੀ ਹਕੀਮਤ ਕਿਉਂ ਲਈ ਸੀ। ਅਗਰ ਉਹ ਨਾ ਲੈਂਦੇ ਤੇ ਤੁਹਾਡਾ ਮੁਲਕ ਡਿਫਾਲਟ ਕਰ ਦਿੰਦਾ, ਤੁਹਾਡਾ ਮੁਲਕ ਸ੍ਰੀਲੰਕਾ ਬਣਦਾ। ਪੂਰਾ ਸੱਚ ਦੱਸੋ ਨਾ ਕਿ ਕੋਈ ਵਜ੍ਹਾ ਅਗਰ ਮਕਬੂਲੀਅਤ ਦੀ ਖੁਦਾ ਨਾ ਕਰੇ ਮੂੰਹ 'ਚ ਖਾਕ ਘੱਟ ਹੋਈ ਵੀ ਹੈ ਤੇ ਪੂਰਾ ਸੱਚ ਦੱਸੋ ਕਿ ਵਜ੍ਹਾ ਕੀ ਬਣੀ। ਕਿਆ ਮੀਆਂ ਨਵਾਜ਼ ਸ਼ਰੀਫ ਨੇ 16 ਮਹੀਨਿਆਂ 'ਚ ਕੋਈ ਐਸਾ ਭੈੜਾ ਕੰਮ ਕੀਤਾ ਜਿਹਦੀ ਪਰੋਂ ਮੁਲਕ ਘਟ ਗਈ ਹੈ? ਇੱਕੋ ਹੀ ਦੱਸ ਦਿਓ ਕਿ ਵਜ੍ਹਾ ਜੀ ਆਵਾਮ, ਮਹਿੰਗਾਈ, ਤੇਲ, ਬਿਜਲੀ, ਗੈਸ, ਇਹਦੇ 'ਚ ਕੋਈ ਸ਼ੱਕ ਨਹੀਂ। ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਸੀ, ਨਹੀਂ ਹੋਈਆਂ, ਲੇਕਿਨ ਸੱਚ ਪੂਰਾ ਦੱਸਣਾ ਚਾਹੀਦਾ ਹੈ। ਇਹ ਸਹਾਫਤ ਦੀ ਇਮਾਨਦਾਰੀ ਹੈ। ਅੱਧੀ ਸੱਚ ਦੱਸ ਕੇ ਲੋਕਾਂ ਦੀ ਜ਼ਿਹਨ ਸਾਜ਼ੀ ਪਹਿਲੇ ਵੀ ਕੀਤੀ ਗਈ ਨਿਆਜ਼ੀ ਵਾਸਤੇ, ਤੇ ਹੁਣ ਦੁਬਾਰਾ ਫਿਰ ਇਹੋ ਜਿਹੇ ਕੰਮ ਕਰਨੇ ਮੁਨਾਸਬ ਨਹੀਂ। ਇਹੋ ਹੀ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਸੀ। ਸਰ ਹੁਣ ਇਸੇ ਨਾਲ ਰਿਲੇਟਡ ਅਗਲਾ ਸਵਾਲ ਵੀ